लो बेटे आज आज आप शुरू करते हैं बेटे रिलेटिव वेलोसिटी। दो कंसैप्ट रह गए इस चैप्टर ਦੇ ਆਪਣੇ ਕੋਲੇ। ਇੱਕ ਤਾਂ ਰਹਿ ਗਈਆਂ ਇਕੁਏਸ਼ਨਸ ਆਫ ਯੂਨੀਫਾਰਮਲੀ ਐਕਸਲਰੇਟਡ ਮੋਸ਼ਨ ਜਿਹੜੀਆਂ ਅਸੀਂ ਡਰਾਈਵ ਕਰਨੀ ਹੈ। ਉਹ ਕਰਵਾਉਣ ਤੋਂ ਪਹਿਲਾਂ ਬੇਟੇ ਤੁਹਾਨੂੰ ਡਿਫਰੈਂਸ਼ੀਏਸ਼ਨ ਤੇ ਇੰਟੀਗ੍ਰੇਸ਼ਨ ਬਾਰੇ ਥੋੜਾ ਜਿਹਾ ਦੱਸੂਗਾ, ਉਸ ਤੋਂ ਬਾਅਦ ਉਹ ਕਰਵਾਉਂਗਾ। ਇੱਕ ਆਪਣੇ ਕੋਲ ਕਨਸੈਪਟ ਰਹਿ ਗਿਆ ਰਿਲੇਟਿਵ ਵੈਲੋਸਿਟੀ, ਠੀਕ ਹੈ ਜੀ। ਸੋ ਫਸਟ ਪਹਿਲਾਂ ਆਪਾਂ ਡਿਸਕਸ ਕਰਦੇ ਹਾਂ ਜਿਹੜਾ ਅੱਜ ਦਾ ਟੌਪਿਕ ਆਪਣਾ ਹੈਗਾ ਵਾਟ ਇਜ਼ ਦ ਰਿਲੇਟਿਵ ਵੈਲੋਸਿਟੀ। ਰਿਲੇਟਿਵ ਕਹਿ ਦੋ ਜਾਂ ਰਿਲੇਟਿਵ ਕਹਿ ਲਓ। आवाज आ रही बेटे? ਰਿਲੇਟਿਵ ਦਾ ਮਤਲਬ ਕੀ ਹੁੰਦਾ ਬੇਟੇ? ਵਿਦ ਰਿਸਪੈਕਟ ਟੂ ਸਮਥਿੰਗ, ਕਿਸੇ ਨਾਲ ਕੰਪੇਅਰ ਕਰਨਾ, ਠੀਕ ਹੈ ਜੀ। ਇੱਕ ਮਿੰਟ ਬੇਟੇ, ਇੱਕ ਨਾ ਨਵੇਂ ਬੱਚੇ ਦੀ ਆਪਣੇ ਕੋਲੋਂ ਆਈ ਹੈ। ਰਿਲੇਟਿਵ ਜਾਂ ਰਿਲੇਟਿਵ ਵੈਲੋਸਿਟੀ, ਇਹਦੇ ਵਿੱਚ ਕੀ ਹੁੰਦਾ ਬੇਟੇ? ਵਾਟ ਇਜ਼ ਦ ਮੀਨਿੰਗ ਆਫ ਰਿਲੇਟਿਵ? ਰਿਲੇਟਿਵ ਮੀਨਸ ਵਿਦ ਰਿਸਪੈਕਟ ਟੂ ਸਮਥਿੰਗ। ਵਿਦ ਰਿਸਪੈਕਟ ਟੂ ਸਮਥਿੰਗ ਦਾ ਮਤਲਬ ਹੈ ਅਸੀਂ ਕਿਸੇ ਦੇ ਮੁਕਾਬਲੇ ਦੇ ਵਿੱਚ ਦੱਸਣਾ ਹੈ ਵੀ ਵੈਲੋਸਿਟੀ ਵੱਧ ਹੈ ਜਾਂ ਘੱਟ ਹੈ, ਠੀਕ ਹੈ ਜੀ। ਜਿਵੇਂ ਮੰਨ ਲਓ ਮੈਂ ਤੁਹਾਨੂੰ ਸਿੰਪਲ ਐਗਜ਼ਾਮਪਲ ਦਿੰਦਾ, ਮੈਂ ਕਹਾਂ ਵੀ ਇੱਕ A ਹੈ ਇੱਕ B ਹੈ, ਠੀਕ ਹੈ ਜੀ। ਆਪਾਂ ਕਹੀਏ ਵੀ A ਹੈ ਜਿਹੜਾ ਉਹ ਐਲਡਰ ਹੈ, ਵੱਡਾ, ਤਾਂ ਇਕੱਲੇ ਬੰਦੇ ਦਾ ਕੰਪੈਰੀਜ਼ਨ ਕਿਸੇ ਨਾਲ ਕਰਾਂਗੇ ਤਾਂ ਹੀ ਆਪਾਂ ਨੂੰ ਪਤਾ ਲੱਗੂ ਵੱਡਾ ਹੈ। ਤਾਂ ਇੱਥੇ ਕੁਐਸਚਨ ਅਰਾਈਜ਼ ਹੁੰਦਾ ਕਿਹਦੇ ਮੁਕਾਬਲੇ ਦੇ ਵਿੱਚ। ਪੁਆਇੰਟ ਕਲੀਅਰ ਕਿ ਨਹੀਂ ਹੈ ਬੇਟੇ? A ਵੱਡਾ ਹੈ ਤਾਂ ਕਿਹਦੇ ਨਾਲੋਂ ਵੱਡਾ? ਆਪਾਂ ਇਹ ਕਹਿ ਸਕਦੇ ਹਾਂ ਵੀ B ਨਾਲੋਂ ਵੱਡਾ। ਇਹਦਾ ਮਤਲਬ ਇਹਦਾ A ਦਾ ਕੰਪੈਰੀਜ਼ਨ ਕਿਹਦੇ ਨਾਲ ਹੋਇਆ ਬੇਟੇ? B ਨਾਲ ਹੋਇਆ ਨਾ। ਜਾਂ ਆਪਾਂ ਇਹ ਕਹੀਏ B ਇਜ਼ ਸਮਾਲਰ, ਛੋਟਾ ਹੈ, ਠੀਕ ਹੈ। ਵੈਸੇ ਆਪਾਂ ਵਰਡ ਇੱਥੇ ਯੂਜ਼ ਕਰਦੇ ਯੰਗਰ। B ਛੋਟਾ ਹੈ ਕਿਹਦੇ ਤੋਂ? A ਤੋਂ। ਇਹਦਾ ਮਤਲਬ ਕਿਸੇ ਨਾ ਕਿਸੇ ਨਾਲ ਕੰਪੈਰੀਜ਼ਨ ਕਰਦੇ ਆ ਤਾਂ ਆਪਾਂ ਨੂੰ ਪਤਾ ਲੱਗਦਾ ਹੈ। ਉਵੇਂ ਹੀ ਆਪਣੇ ਕੋਲ ਰਿਲੇਟਿਵ ਵੈਲੋਸਿਟੀ ਦੇ ਵਿੱਚ ਆਪਣੇ ਕੋਲ ਕੀ ਹੈ? ਆਪਾਂ ਕੀ ਕਰਦੇ ਆ, ਦੋ ਬੋਡੀਜ਼ ਦੀਆਂ ਵੈਲੋਸਿਟੀਜ਼ ਨੂੰ ਕੀ ਕਰਦੇ ਆ? ਕੰਪੇਅਰ ਕਰਦੇ ਆ। ਸੋ ਬੇਟੇ ਬੇਸਿਕ ਕਨਸੈਪਟ ਕਲੀਅਰ ਹੋਇਆ ਕਿ ਨਹੀਂ ਹੋਇਆ? ਠੀਕ ਹੈ। ਮੰਨ ਲਓ ਮੈਂ ਕਹਾਂ ਵੀ A ਦੀ ਜਿਹੜੀ ਵੈਲੋਸਿਟੀ ਹੈ ਮੰਨ ਲਓ ਉਹ 30 ਮੀਟਰ ਪਰ ਸੈਕਿੰਡ ਹੈ, B ਦੀ ਵੈਲੋਸਿਟੀ ਮੰਨ ਲਓ 60 ਮੀਟਰ ਪਰ ਸੈਕਿੰਡ ਹੈ। ਇਹਦੇ ਵਿੱਚ ਕੀ ਹੁੰਦਾ ਹੈ? ਜਿਵੇਂ ਆਪਾਂ ਲਿਖਦੇ ਹਾਂ ਬੇਟੇ 30 is less than 60, ਐਂ ਹੈ ਨਾ। ਲੈਸ ਦੈਨ ਦਾ ਸਾਈਨ ਹੀ ਹੁੰਦਾ ਨਾ ਬੇਟੇ। ਕੰਪੈਰੀਜ਼ਨ ਅਸੀਂ 30 ਨਾਲ 30 ਦੇ ਮੁਕਾਬਲੇ ਕਰ ਰਹੇ ਹਾਂ ਵੀ 30 ਛੋਟਾ ਹੈ 60 ਨਾਲੋਂ। ਤੇ ਜੇ ਇਸੇ ਚੀਜ਼ ਨੂੰ ਮੈਂ ਲਿਖਾਂ ਤਾਂ ਹੁਣ ਕੰਪੈਰੀਜ਼ਨ ਕਿਹਦੇ ਨਾਲ ਕਰ ਰਹੇ ਹਾਂ? 60 ਨੂੰ ਆਧਾਰ ਮੰਨ ਕੇ। 60 ਇਜ਼ ਗ੍ਰੇਟਰ ਦੈਨ, ਚੀਜ਼ ਉਹੀ। ਆਪਣੇ ਕੋਲ ਕੀ ਸੀਗਾ? ਸਮਾਲਰ ਦੈਨ। ਵੇਖੋ ਕਨਸੈਪਟ ਦੋਵਾਂ ਦਾ ਉਹੀ ਹੈ। ਪਹਿਲਾਂ ਵੀ 60 ਵੱਡਾ ਸੀ 30 ਛੋਟਾ ਸੀ, ਬਟ ਪਹਿਲੀ ਚੋਇਸ ਦੇ ਵਿੱਚ ਅਸੀਂ ਕਿਹਨੂੰ ਕੰਸੈਂਟਰੇਟ ਕੀਤਾ? 30 ਨੂੰ। ਦੂਸਰੀ ਦੇ ਵਿੱਚ ਅਸੀਂ ਕਿਹਨੂੰ ਕੰਸੈਂਟਰੇਟ ਕੀਤਾ? 60 ਨੂੰ। 60 ਵੱਡਾ, ਇੱਥੇ ਕੀ ਹੈ? 30 ਛੋਟਾ। ਮੇਰਾ ਪੁਆਇੰਟ ਸਮਝੇ ਕਿ ਨਹੀਂ ਸਮਝੇ ਬੇਟੇ? ਜਦੋਂ ਅਸੀਂ ਦੋ ਟਰਮਸ ਨੂੰ, ਦੋ ਵੈਲੋਸਿਟੀ ਨੂੰ ਕੰਪੇਅਰ ਕਰਨਾ ਹੈ ਤਾਂ ਸਾਨੂੰ ਇੱਕ ਨੂੰ ਅਬਜ਼ਰਵਰ ਨੂੰ ਬਿਠਾਉਣਾ ਪੈਂਦਾ ਹੈ, ਇੱਕ ਦੇ ਉੱਪਰ, ਜਿੱਥੇ ਅਬਜ਼ਰਵਰ ਬੈਠ ਕੇ ਦੂਸਰੇ ਦੀ ਵੈਲੋਸਿਟੀ ਨੂੰ ਅਬਜ਼ਰਵ ਕਰਦਾ, ਠੀਕ ਹੈ ਜੀ। ਇਹਦੇ ਵਾਸਤੇ ਆਪਾਂ ਜਿਵੇਂ ਪਹਿਲਾਂ ਕਿਹਾ ਸੀਗਾ ਫਰੇਮ ਆਫ ਰੈਫਰੈਂਸ। ਫਰੇਮ ਆਫ ਰੈਫਰੈਂਸ ਕੀ ਹੈ? ਜਿੰਦੇ ਵਿੱਚ ਬੈਠ ਕੇ ਵੈਲੋਸਿਟੀ ਨੂੰ ਕੀ ਕੀਤਾ ਜਾਂਦਾ? ਜਿੰਦੇ ਕੰਪੈਰੀਟਿਵਲੀ ਵੈਲੋਸਿਟੀ ਨੂੰ ਕੀ ਕੀਤਾ ਜਾਂਦਾ? ਅਬਜ਼ਰਵ ਕੀਤਾ ਜਾਂਦਾ, ਜਾਂ ਇਹ ਕਹਿ ਲਓ ਜਿੰਦੇ ਵਿੱਚ ਅਬਜ਼ਰਵਰ ਹੁੰਦਾ, ਠੀਕ ਹੈ।
ਜੇ ਮੈਂ ਲਿਖਾਂ v of ab ਤਾਂ ਇਹਨੂੰ ਆਪਾਂ ਲਿਖਾਂਗੇ velocity of a with respect to b। ਕਿੰਦੀ ਵੈਲੋਸਿਟੀ ਚੈੱਕ ਕੀਤੀ ਜਾ ਰਹੀ a ਦੀ, ਪਰ ਕੰਪੈਰੀਜ਼ਨ ਕਿੰਦੇ ਨਾਲ ਕੀਤਾ ਜਾ ਰਿਹਾ b ਨਾਲ। ਪੁਆਇੰਟ ਕਲੀਅਰ ਹੋਇਆ ਕਿ ਨਹੀਂ ਬਟੇ? ਵਟ ਇਜ਼ ਦ ਮੀਨਿੰਗ ਆਫ v of ab? velocity of a with respect to b। ਇਹਦਾ ਮਤਲਬ ਆਬਜ਼ਰਵਰ ਕਿੱਥੇ ਬੈਠਾ ਹੋਇਆ b ਤੇ, ਠੀਕ ਹੈ ਜੀ। ਵਟ ਇਜ਼ ਦ ਮੀਨਿੰਗ ਆਫ v of ba? v of ba ਆਪਣੇ ਕੋਲ ਕੀ ਹੈ ਬਟੇ? velocity of b with respect to velocity of a। ਇਹਦਾ ਮਤਲਬ ਕਿੰਦੀ ਵੈਲੋਸਿਟੀ ਨੂੰ ਕੰਪੇਅਰ ਕੀਤਾ ਜਾ ਰਿਹਾ b ਦੀ ਵੈਲੋਸਿਟੀ ਨੂੰ, ਕਿੰਦੇ ਨਾਲ? a ਨਾਲ। ਇਹਦਾ ਮਤਲਬ b ਦੀ ਵੈਲੋਸਿਟੀ ਦੱਸਣੀ a ਦੇ ਮੁਕਾਬਲੇ ਵੀ ਵੱਧ ਹੈ ਜਾਂ ਘੱਟ ਹੈ। ਇਹਦਾ ਮਤਲਬ ਆਬਜ਼ਰਵਰ ਫਿਰ ਆਪਣੇ ਕੋਲ ਕਿੱਥੇ ਹੈਗਾ? b। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਪਹਿਲਾਂ ਬੇਸਿਕ ਕਨਸੈਪਟ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਸ ਤੋਂ ਬਾਅਦ ਆਰਟੀਕਲ ਤਾਂ ਆਪਾਂ 10 ਮਿੰਟਾਂ 'ਚ ਹੀ ਕਰ ਦੇਣਾ। ਕਲੀਅਰ ਹੋਇਆ ਕਿ ਨਹੀਂ ਹੋਇਆ? ਮੰਨ ਲਓ ਆਪਾਂ ਇੱਕ ਹੋਰ ਐਗਜ਼ਾਮਪਲ ਲਈਏ। ਮੰਨ ਲਓ ਆਪਣੇ ਕੋਲੇ ਆਹ ਦੋ ਸਿਚੁਏਸ਼ਨਸ ਆਪਾਂ ਲਈਆਂ। ਲਓ ਬੇਟੇ, ਇਸ ਸਿਚੁਏਸ਼ਨ ਦੇ ਵਿੱਚ ਦੇਖੋ ਆਪਣੇ ਕੋਲੇ ਦੋ ਕਾਰਸ ਹੈ, ਜਾਂ ਇੱਕ ਦੇ ਵਿੱਚ ਆਬਜ਼ਰਵਰ ਬੈਠਾ ਹੈ, ਪਰਸਨ ਬੈਠਾ ਹੈ A, ਸੈਕੰਡ ਪਰਸਨ B ਹੈ। B is standing on a ground। v of ab ਕੈਲਕੂਲੇਟ ਕਰਨੀ, velocity of a with respect to b। ਇਹਦਾ ਮਤਲਬ ਆਬਜ਼ਰਵਰ ਇੱਥੇ ਕੌਣ ਹੈ? b ਹੈ। b ਕਿੱਥੇ ਬੇਟੇ? ਗਰਾਊਂਡ ਦੇ ਵਿੱਚ। ਮੰਨ ਲਓ ਇਹ ਜਾ ਰਹੀ ਹੈ 10 ਮੀਟਰ ਪਰ ਸੈਕਿੰਡ, ਤਾਂ v of ab ਕਿੰਨਾ ਹੋਊਗਾ ਬੇਟੇ? 10 ਮੀਟਰ ਪਰ ਸੈਕਿੰਡ। a ਦੀ ਵੈਲੋਸਿਟੀ b ਦੇ ਕੰਪੈਰੀਟਿਵਲੀ, b ਤਾਂ ਰੈਸਟ ਤੇ ਹੈ ਨਾ, b ਆਪਣੇ ਕੋਲ ਕਿੱਥੇ ਹੈ? ਰੈਸਟ ਤੇ। a ਵਿਦ ਰਿਸਪੈਕਟ ਟੂ b ਜਦੋਂ ਅਸੀਂ ਇਸ ਸਿਚੁਏਸ਼ਨ 'ਚ ਵੇਖੀਏ ਤਾਂ ਫਰੇਮ ਆਫ ਰੈਫਰੈਂਸ ਆਪਣਾ ਗਰਾਊਂਡ ਤੇ ਹੈ, ਤਾਂ ਆਪਾਂ a ਨੂੰ ਜਦੋਂ b ਨੇ ਚੈੱਕ ਕੀਤਾ ਉਹਨੂੰ 10 ਮੀਟਰ ਪਰ ਸੈਕਿੰਡ ਨਾਲ ਜਿਹੜੀ ਬਾਡੀ ਮੂਵ ਕਰਦੀ ਹੋਈ ਨਜ਼ਰ ਆਈ। ਕਲੀਅਰ ਹੈ ਜੀ? ਹੁਣ ਇਸੇ ਸਿਚੁਏਸ਼ਨ ਨੂੰ ਦੇਖੋ, ਜੇਕਰ ਹੁਣ ਸਿਚੁਏਸ਼ਨ ਆ ਹੋ ਜੇ b ਵਿੱਚ ਹੀ ਆ ਜੇ, ਹੁਣ ਕਿੰਨੀ ਹੈ ਬੇਟੇ v of ab? velocity of a with respect to b ਕਿੰਨੀ ਹੈ ਬੇਟੇ? ਆਵਾਜ਼ ਆ ਰਹੀ ਬੇਟੇ? ਇਹ ਹੈਗੀ ਬੇਟੇ 0। ਕਿੰਨੀ ਹੈਗੀ ਹੈ? ਇੱਕ ਆਪਾਂ ਕਾਰ ਦੇ ਵਿੱਚ ਬੈਠੇ ਹੋਈਏ ਦੋ ਜਣੇ ਸੀਟ ਦੇ ਉੱਪਰ, ਤਾਂ ਇਹ ਤਾਂ ਨਹੀਂ ਹੁੰਦਾ ਵੀ ਨਾਲ ਵਾਲੀ ਸੀਟ ਵਾਲਾ ਕਾਰ ਦੇ ਵਿੱਚੋਂ ਬਾਹਰ ਨਿਕਲ ਕੇ ਗਾਂਹ ਚਲਾ ਜਾਂਦਾ, ਉਹ ਹਮੇਸ਼ਾ ਹੀ ਆਪਣੇ ਨਾਲ ਹੀ ਬੈਠਾ ਰਹਿੰਦਾ। ਬਟ ਜਿਹੜੇ ਕਾਰ ਦੇ ਬਾਹਰ ਦਰਖਤ ਹੁੰਦੇ ਆ ਉਹ ਆਪਾਂ ਨੂੰ ਪਿੱਛੇ ਮੂਵ ਕਰਦੇ ਹੋਏ ਨਜ਼ਰ ਆਉਂਦੇ ਆ। ਕਹਿੰਦਾ ਮਤਲਬ ਜਦੋਂ ਅਸੀਂ ਆਪਦੇ ਆਪ ਨੂੰ ਫਰੇਮ ਆਫ ਰੈਫਰੈਂਸ ਨੂੰ ਅਸੀਂ ਚੇਂਜ ਕਰ ਦਿੰਨੇ ਆ ਤਾਂ ਉਹਦੇ ਕੰਪੈਰੀਟਿਵਲੀ ਜਿਹੜੀ ਰਿਲੇਟਿਵ ਵੈਲੋਸਿਟੀ ਉਹ ਵੀ ਕੀ ਹੋ ਜਾਂਦੀ ਹੈ? ਚੇਂਜ ਹੋ ਜਾਂਦੀ ਹੈ। ਦੱਸੋ ਬੇਟੇ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਜੇ ਮੰਨ ਲਓ ਹੁਣ ਦੋ ਕਾਰਾਂ ਹੈ, ਇੱਕ A ਹੈ ਇੱਕ B ਹੈ। ਮੰਨ ਲਓ v of ab ਅਸੀਂ ਕੈਲਕੂਲੇਟ ਕਰਦੇ, ਮੰਨ ਲਓ ਦੋਵੇਂ ਆਪਣੇ ਕੋਲੇ 40 ਮੀਟਰ ਪਰ ਸੈਕਿੰਡ ਦੀ ਸਪੀਡ ਤੇ ਜਾ ਰਹੀਆਂ, ਤਾਂ v of a with respect to b ਫਿਰ ਵੀ ਕੀ ਹੋਊਗੀ? 0, ਕਿਉਂਕਿ ਦੋਵੇਂ ਕਾਰਾਂ ਬਰਾਬਰ ਬਰਾਬਰ ਹੀ ਜਾਈ ਜਾਣਗੀਆਂ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਲਓ ਫਿਰ ਵਨ ਡਾਇਰੈਕਸ਼ਨ ਆਪਾਂ ਚੈਪਟਰ ਕਰ ਰਹੇ ਮੋਸ਼ਨ ਇਨ ਸਟ੍ਰੇਟ ਲਾਈਨ ਦੇ ਵਿੱਚ ਜਿਹੜਾ ਮੈਥਡ ਹੈ ਉਹ ਸਿੱਖੋ ਰਿਲੇਟਿਵ ਵੈਲੋਸਿਟੀ ਦਾ, ਹਾਊ ਟੂ ਕੈਲਕੂਲੇਟ ਦੀ ਰਿਲੇਟਿਵ ਵੈਲੋਸਿਟੀ। ਧਿਆਨ ਨਾਲ ਸਿੱਖ ਲਿਓ, ਹਾਊ ਟੂ ਕੈਲਕੂਲੇਟ ਰਿਲੇਟਿਵ ਵੈਲੋਸਿਟੀ। ਰਿਲੇਟਿਵ ਦਾ ਮਤਲਬ ਕੀ ਹੁੰਦਾ ਬੇਟੇ? ਕਿਸੇ ਦੇ ਕੰਪੈਰੀਜ਼ਨ ਦੇ ਵਿੱਚ। ਇਟ ਇਜ਼ ਦੀ ਕੰਪੈਰੀਜ਼ਨ ਆਫ ਦੀ
velocities of the two bodies. ठीक है जी, ये लो डेफिनेशन। इट इज द process of comparing the velocities of two bodies with respect to each other. जी, it is not absolute, ये एब्सोल्यूट नहीं है, एब्सोल्यूट का मतलब फिक्स नहीं हैगी, it is relative, that is it depends upon the observer and frame of reference। दसो बेटे पॉइंट क्लियर होया कि नहीं होया? ठीक है ना। हाँ, ਇਹਦੀ ਆਪਾਂ ਜਿਵੇਂ ਐਗਜ਼ਾਮਪਲ ਲਈ ਸੀ, ਆਪਾਂ ਉਹੀ ਕਿਹਾ ਸੀਗਾ ਵੀ ਇੱਕ ਕਾਰ ਦੇ ਵਿੱਚ ਇੱਕ ਪਰਸਨ A ਬੈਠਾ, ਉਹਦੀ ਵੈਲੋਸਿਟੀ 10 ਮੀਟਰ ਪਰ ਸੈਕਿੰਡ ਹੈ, B ਇਜ਼ ਸਟੈਂਡਿੰਗ ਔਨ ਗਰਾਊਂਡ, ਇਹ ਗਰਾਊਂਡ ਦੇ ਵਿੱਚ ਹੈ, ਤਾਂ V ਆਫ AB ਕਿੰਨਾ ਹੋਊਗਾ, ਰਿਲੇਟਿਵ ਵੈਲੋਸਿਟੀ ਆਫ A ਵਿਦ ਰਿਸਪੈਕਟ ਟੂ B। ਤਾਂ ਆਬਜ਼ਰਵਰ ਕਿੱਥੇ ਹੈ, ਗਰਾਊਂਡ ਦੇ ਵਿੱਚ ਹੈ ਨਾ, ਤਾਂ ਇਹਦੀ ਵੈਲਿਊ ਕਿੰਨੀ ਸੀ, 10 ਮੀਟਰ ਪਰ ਸੈਕਿੰਡ। ਠੀਕ ਹੈ, ਜਦੋਂ ਇਹੀ ਆਬਜ਼ਰਵਰ ਹੈ ਜਿਹੜਾ, ਉਹ ਮੰਨ ਲਓ ਸੈਕਿੰਡ ਕੇਸ ਚ ਆਪਾਂ ਡਿਸਕਸ ਕੀਤਾ ਸੀਗਾ ਵੀ ਕਾਰ ਦੇ ਵਿੱਚ ਹੀ ਚਲਾ ਜਾਵੇ, ਤਾਂ ਉਸ ਕੇਸ ਦੇ ਵਿੱਚ V ਆਫ AB ਕਿੰਨਾ ਹੋ ਗਿਆ ਸੀ, 0। ਇਹਦਾ ਮਤਲਬ V ਆਫ AB ਦੀ ਵੈਲਿਊ ਫਿਕਸ ਨਹੀਂ ਰਹਿੰਦੀ, V ਆਫ AB ਦੀ ਵੈਲਿਊ ਫਿਕਸ ਨਹੀਂ ਰਹਿੰਦੀ, ਕਿੰਦੇ ਤੇ ਡਿਪੈਂਡ ਕਰਦੀ ਹੈ, ਫਰੇਮ ਆਫ ਰੈਫਰੈਂਸ ਤੇ ਆਬਜ਼ਰਵਰ ਤੇ, ਵੀ ਉਹ ਕਿੱਥੇ ਹੈਗਾ। ਤਾਂ ਹੀ ਆ ਗੱਲ ਲਿਖੀ ਹੈ, ਇਟ ਇਜ਼ ਨਾਟ ਐਬਸੋਲੂਟ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਇਹ ਤੁਹਾਨੂੰ ਮੈਂ ਡੈਫੀਨੇਸ਼ਨ ਲਿਖਾਤੀ, ਤੁਸੀਂ ਨੋਟ ਕਰ ਲਿਓ। ਆਪਾਂ 2 ਨੰਬਰ ਦੇ ਵਿੱਚ ਜੇ ਕੁਐਸਚਨ ਆਉਂਦਾ ਵਾਟ ਇਜ਼ ਰਿਲੇਟਿਵ ਵੈਲੋਸਿਟੀ, ਤਾਂ ਆਪਾਂ 2 ਐਗਜ਼ਾਮਪਲਾਂ ਦੇ ਸਕਦੇ ਹਾਂ। ਠੀਕ ਹੈ, ਉਸ ਤੋਂ ਬਾਅਦ ਆਪਾਂ ਹੁਣ ਜਿਹੜਾ ਮੇਨ ਕੰਮ ਕਰ ਰਹੇ ਸੀ, ਮੈਥਡ। ਇਹਦਾ ਮੈਥਡ ਕੀ ਹੈ? ਜਦੋਂ ਅਸੀਂ ਕੈਲਕੂਲੇਟ ਕਰਨਾ V ਆਫ A, ਇਹ ਆਪਣੇ ਕੋਲ ਕੀ ਸੀਗਾ, ਮੈਂ ਇੱਕ ਵਾਰੀ ਸ਼ਾਰਟ ਲਿਖਾਂ, ਵੈਲੋਸਿਟੀ ਆਫ A ਵਿਦ ਰਿਸਪੈਕਟ ਟੂ B, ਇਹੀ ਹੈ ਨਾ ਵੈਲੋਸਿਟੀ ਟਰਮ ਮੈਂ ਲਿਖੀ, ਇਟ ਇਜ਼ ਦੀ ਵੈਲੋਸਿਟੀ ਆਫ A ਵਿਦ ਰਿਸਪੈਕਟ ਟੂ B। ਕੈਲਕੂਲੇਸ਼ਨਸ ਕਰਨੀਆਂ ਬਹੁਤ ਜ਼ਿਆਦਾ ਆਸਾਨ ਹੋ ਜਾਣਗੀਆਂ ਜੇਕਰ B ਕਿੱਥੇ ਹੋਵੇ, ਰੈਸਟ ਦੇ ਉੱਪਰ। B ਕਿੱਥੇ ਹੋਵੇ, ਰੈਸਟ ਦੇ ਉੱਪਰ। ਜਿਹੜਾ ਵੀ ਤੁਹਾਡਾ ਆਬਜ਼ਰਵਰ ਹੈ ਉਹਨੂੰ ਕਿੱਥੇ ਲੈ ਕੇ ਜਾਓ, ਰੈਸਟ ਦੇ ਉੱਪਰ ਲੈ ਕੇ ਜਾਓ। ਦੇਖੋ ਜਿਵੇਂ ਮੈਂ ਤੁਹਾਨੂੰ ਆ ਐਗਜ਼ਾਮਪਲ ਦਿੰਦਾ, ਮੰਨ ਲਓ ਆਪਣੇ ਕੋਲੇ 2 ਕਾਰਸ ਮੂਵ ਕਰ ਰਹੀਆਂ। ਠੀਕ ਹੈ ਜੀ, ਮੰਨ ਲਓ ਇਹਦੀ ਵੈਲੋਸਿਟੀ ਹੈਗੀ ਹੈ 40 ਮੀਟਰ ਪਰ ਸੈਕਿੰਡ A ਦੀ, B ਦੀ ਹੈਗੀ ਹੈ 20 ਮੀਟਰ, ਚਲੋ 20 ਮੀਟਰ ਪਰ ਸੈਕਿੰਡ। ਹੁਣ V ਆਫ AB ਕਿੰਨੀ, A ਵਿਦ ਰਿਸਪੈਕਟ ਟੂ B, ਇਹਦਾ ਮਤਲਬ ਆਬਜ਼ਰਵ ਕਿਹਨੂੰ ਕਰਨਾ, B ਦੇ ਕੰਪੈਰੀਟਿਵਲੀ। ਹੁਣ B ਦੇ ਕੰਪੈਰੀਟਿਵਲੀ ਇਹਦੀ ਵੈਲੋਸਿਟੀ ਕੀ ਹੈ, V ਜ਼ਿਆਦਾ, ਇਹ ਆਈ ਨਾ ਬੇਟੇ ਪੋਜ਼ਿਟਿਵ। ਕਲੀਅਰ ਹੋਇਆ ਕਿ ਨਹੀਂ ਹੋਇਆ? ਅਸੀਂ ਸਬਟਰੈਕਟ ਕਰਕੇ ਦੱਸਦੇ ਆ ਨਾ ਦੋਵਾਂ ਨੂੰ ਆਪਸ ਦੇ ਵਿੱਚੋਂ, ਤਾਂ ਹੀ ਸਾਨੂੰ ਪਤਾ ਲੱਗਦਾ ਨਾ ਵੀ ਦੋਵਾਂ 'ਚ ਕਿੰਨਾ ਡਿਫਰੈਂਸ। ਰਿਲੇਟਿਵ ਦਾ ਮਤਲਬ ਕਿ ਵੈਲੋਸਿਟੀ 'ਚ ਡਿਫਰੈਂਸ। ਹੁਣ ਜੇ ਇਹੀ ਅਸੀਂ ਕੈਲਕੂਲੇਟ ਕਰੀਏ V ਆਫ B ਹੈ, B ਵਿਦ ਰਿਸਪੈਕਟ ਟੂ A, ਤਾਂ A ਦੇ ਕੰਪੈਰੀਟਿਵਲੀ ਆ ਵੈਲੋਸਿਟੀ ਤੋਂ -20 ਹੈ, A ਦੀ ਵੈਲੋਸਿਟੀ 40, ਇਹਦੀ ਆਪਣੇ ਕੋਲ ਕਿੰਨੀ ਹੈ, ਉਹਦੇ ਨਾਲੋਂ ਆਪਦੀ ਇਹ ਨਹੀਂ ਵੀ ਇਹਦੀ 20 ਹੈ, ਉਹਦੇ ਕੰਪੈਰੀਟਿਵਲੀ ਦੱਸਣਾ ਉਹਦੇ ਨਾਲੋਂ 20 ਘੱਟ ਹੈ। ਕਹਿੰਦਾ ਮਤਲਬ ਸਾਨੂੰ ਇੱਥੇ ਸਬਟਰੈਕਟ ਕਰਨਾ ਪੈਂਦਾ ਨਾ। ਇਹ ਕੈਲਕੂਲੇਸ਼ਨ ਬਹੁਤ ਜ਼ਿਆਦਾ ਆਸਾਨ ਹੋ ਜੇ ਜੇਕਰ ਜਿਹੜੀ ਬਾਡੀ ਨਾਲ ਕੰਪੇਅਰ ਕਰਨਾ, ਜੇ ਉਹ ਕੀ ਹੋਵੇ, 0 ਹੋਵੇ। ਜਿਵੇਂ ਆਪਾਂ ਕਿਹਾ ਸੀਗਾ ਵੀ V ਆਫ AB ਕੈਲਕੂਲੇਟ ਕਰਨਾ ਹੈ, ਮੰਨ ਲਓ A ਦੀ ਵੈਲੋਸਿਟੀ ਹੈਗੀ 40 ਮੀਟਰ ਪਰ ਸੈਕਿੰਡ, B ਦੀ ਹੈਗੀ 0, ਤਾਂ ਸਾਨੂੰ ਸਬਟਰੈਕਸ਼ਨ ਕਰਨਾ ਕੀ ਹੈ, ਆਸਾਨ ਹੈ। ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? A ਵਿਦ ਰਿਸਪੈਕਟ ਟੂ B ਹੈ, ਤਾਂ ਅਸੀਂ ਸਿੱਧਾ ਹੀ ਕਹਾਂਗੇ ਕਿੰਨੀ ਹੈ। ਦੱਸੋ ਬੇਟੇ ਲੌਜੀਕ ਕਲੀਅਰ ਹੋਇਆ ਕਿ ਨਹੀਂ ਹੋਇਆ?
ਹੈਲੋ ਬੇਟੇ, ਇਹਦਾ ਮਤਲਬ ਕਨਸੈਪਟ ਨੂੰ ਸਮਝੋ। ਜਦੋਂ ਅਸੀਂ ਵੈਲੋਸਿਟੀ ਕੈਲਕੂਲੇਟ ਕਰਨੀ ਹੈ a ਵਿਦ ਰਿਸਪੈਕਟ ਟੂ b, v ਆਫ a b ਅਸੀਂ ਕੈਲਕੂਲੇਟ ਕਰਨੀ ਹੈ, ਤਾਂ ਇਹਦਾ ਮਤਲਬ ਕੀ ਹੈ a ਵਿਦ ਰਿਸਪੈਕਟ ਟੂ b, ਧਿਆਨ ਨਾਲ ਸਮਝਿਓ। ਤਾਂ b ਦੇ ਵਿੱਚ ਆਪਾਂ ਆਬਜ਼ਰਵਰ ਰੱਖਣਾ, b ਦੇ ਮੁਕਾਬਲੇ ਚ ਦੱਸਣੀ ਹੈ, ਤਾਂ b ਨੂੰ ਕਿੱਥੇ ਲੈ ਕੇ ਆਓ, ਰੈਸਟ। b ਨੂੰ ਕਿੱਥੇ ਲੈ ਕੇ ਆਓ, ਰੈਸਟ ਤੇ। ਪਰ ਸਿਚੁਏਸ਼ਨ ਨਹੀਂ ਬਦਲਣੀ ਚਾਹੀਦੀ, ਠੀਕ ਹੈ। ਇਹਦੇ ਵਿੱਚ ਲੋ ਆਪਾਂ ਪਹਿਲਾ ਕੇਸ ਡਿਸਕਸ ਕਰਦੇ, ਜਿੱਥੇ ਨਾ ਪਤਾ ਲੱਗੇ ਬੇਟੇ ਦੱਸਿਓ, ਠੀਕ ਹੈ। ਕੇਸ ਫਸਟ, ਪਹਿਲਾ ਕੇਸ ਕੀ ਕਹਿੰਦਾ, ਵੈਨ ਦੀ ਆਬਜੈਕਟਸ ਆਰ ਮੂਵਿੰਗ ਇਨ ਸਟ੍ਰੇਟ ਲਾਈਨ ਇਨ ਸੇਮ ਡਾਇਰੈਕਸ਼ਨ। 113 ਨੰਬਰ ਪੇਜ ਤੇ ਹੈ ਤੁਹਾਡੀ ਮੋਡਲ ਬੁੱਕ ਤੇ। ਪਹਿਲਾ ਕੇਸ ਕੀ ਹੈ, ਵੈਨ objects are moving in same direction, ਇੱਕੋ ਹੀ ਦਿਸ਼ਾ ਦੇ ਵਿੱਚ ਜਾ ਰਹੇ ਹੈ, ਕਿਉਂਕਿ ਮੋਸ਼ਨ ਇਨ ਸਟ੍ਰੇਟ ਲਾਈਨ ਹੈ, ਚੱਲ ਵੀ ਕੀ ਆਪਣੇ ਕੋਲ ਸਿੱਧੀ ਰੇਖਾ ਚ ਜਾ ਰਹੀ। ਦੱਸੋ ਬੇਟੇ ਕਲੀਅਰ ਹੋਇਆ ਕਿ ਨਹੀਂ ਹੋਇਆ? ਕੁਐਸਚਨ ਕੀ ਕਹਿੰਦਾ ਹੈ, ਮੰਨ ਲਓ ਦੋ ਕਾਰਾਂ ਹੈ, ਇੱਕ ਵੀ ਇੱਕ A ਹੈ ਤੇ ਇੱਕ B ਹੈ, ਠੀਕ ਹੈ ਜੀ। ਆਹ ਸਿਚੁਏਸ਼ਨ ਹੈ। both are moving in the same direction, both are moving in the, ਦੋਵਾਂ ਦੀ ਡਾਇਰੈਕਸ਼ਨ ਕੀ ਹੈ, ਸੇਮ ਹੈ। ਇਹ ਵੀ A ਹੈ, ਇਹ ਵੀ B। ਆਪਾਂ ਕੀ ਕੈਲਕੂਲੇਟ ਕਰਨਾ ਚਾਹੁੰਦੇ ਹਾਂ, V ਆਫ AB। ਕੀ ਕੈਲਕੂਲੇਟ ਕਰਨਾ ਚਾਹੁੰਦੇ ਬੇਟੇ, velocity of A with respect to B। ਤਾਂ ਮੈਥਡ ਕੀ ਹੈ, B ਨੂੰ ਕਿੱਥੇ ਲੈ ਕੇ ਆਓ ਬੇਟੇ, ਰੈਸਟ। B ਨੂੰ ਕਿੱਥੇ ਲੈ ਕੇ ਆਓ, ਰੈਸਟ। ਹਾਂਜੀ, ਕਿਵੇਂ ਲੈ ਕੇ ਆਵਾਂਗੇ ਰੈਸਟ ਤੇ ਬੇਟੇ, ਹਾਂਜੀ, ਜਿੰਨੀ ਵੈਲੋਸਿਟੀ ਉਹਦੀ ਰਾਈਟ ਹੈਂਡ ਸਾਈਡ ਤੇ ਹੈ, ਮੰਨ ਲਓ ਇਹਨੂੰ ਮੈਂ ਕਹਿੰਦੇ ਆ, ਜਿੰਨੀ ਵੈਲੋਸਿਟੀ ਉਹਦੀ ਕੀ ਹੈ, ਰਾਈਟ ਹੈਂਡ ਸਾਈਡ ਤੇ ਹੈ, ਉਨੀ ਵੈਲੋਸਿਟੀ ਇਹਦੇ ਉੱਪਰ ਆਪਾਂ ਕੀ ਕਰਦੀ ਹੈ, ਸੁਪਰ ਇੰਪੋਜ਼ ਕਰਦੀ ਹੈ ਲੈਫਟ ਹੈਂਡ ਸਾਈਡ ਤੇ। ਕਲੀਅਰ ਹੋਇਆ ਕਿ ਨਹੀਂ ਹੋਇਆ? ਆਪਾਂ B ਨੂੰ ਰੈਸਟ ਤੇ ਲੈ ਕੇ ਆਉਣਾ, ਤਾਂ ਕਿਵੇਂ ਰੈਸਟ ਤੇ ਲੈ ਕੇ ਆਵਾਂਗੇ? ਮੰਨ ਲਓ ਇੱਕ ਸਕੂਟਰ ਹੈ, ਉਹ ਮੂਵ ਕਰ ਰਿਹਾ, ਤੁਸੀਂ ਉਹਨੂੰ ਰੋਕਣਾ ਹੈ, ਤਾਂ ਕਿਵੇਂ ਰੋਕੋਗੇ? ਉਹਦੀ ਡਾਇਰੈਕਸ਼ਨ ਦੇ ਵਿੱਚ ਜ਼ੋਰ ਲਾਓਗੇ ਕਿ ਉਹਦੀ ਉਲਟ ਡਾਇਰੈਕਸ਼ਨ 'ਚ ਜ਼ੋਰ ਲਾਓਗੇ? ਆਪੋਜ਼ਿਟ ਲਾਓਗੇ ਨਾ ਬੇਟੇ। ਉਵੇਂ ਇਹ ਵੀ B ਵੈਲੋਸਿਟੀ ਨਾਲ ਜਾ ਰਹੀ ਹੈ ਬਾਡੀ, ਤੁਸੀਂ ਇਹਨੂੰ ਰੋਕਣਾ ਹੈ, ਤਾਂ ਜਿੰਨੀ ਵੈਲੋਸਿਟੀ ਇਹਦੀ ਫਾਰਵਰਡ ਰਾਈਟ ਹੈਂਡ ਸਾਈਡ ਤੇ ਹੈ, ਉਨੀ ਵੈਲੋਸਿਟੀ ਕੀ ਕਰੋ, ਇਹਦੇ ਉੱਪਰ ਕੀ ਕਰ ਦਿਓ, ਸੁਪਰ ਇੰਪੋਜ਼ ਕਰ ਦਿਓ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਉਨੀ ਵੈਲੋਸਿਟੀ ਦੇ ਉੱਪਰ ਕੀ ਕਰ ਦਿਓ, ਸੁਪਰ ਇੰਪੋਜ਼ ਕਰ ਦਿਓ। ਤਾਂ ਇਹਦੀ ਨੈਟ ਵੈਲੋਸਿਟੀ ਕੀ ਹੋ ਜੂਗੀ ਬੇਟੇ, ਜ਼ੀਰੋ ਹੋ ਜੂਗੀ। ਦੱਸੋ ਬੇਟੇ, ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਦੇਖੋ, ਜੇ ਅਸੀਂ ਕੱਲਾ ਵੀ B ਤੇ ਹੀ ਇਹਨੂੰ ਸੁਪਰ ਇੰਪੋਜ਼ ਕਰ ਦਈਏ, ਤਾਂ ਇਕੁਏਸ਼ਨ ਅਨਬੈਲੈਂਸ ਹੋ ਗਈ, ਪਹਿਲਾਂ ਵਾਲੀ ਇਕੁਏਸ਼ਨ ਨਹੀਂ ਰਹੀ। ਤੁਸੀਂ ਤਾਂ ਕੱਲਾ B ਨੂੰ ਚੇਂਜ ਕੀਤਾ, ਨਾਲ A ਨੂੰ ਵੀ ਚੇਂਜ ਕਰੋ। ਐਗਜ਼ਾਮਪਲ ਦਿੰਦਾ, ਮੰਨ ਲਓ ਤੁਸੀਂ ਪਿਆਜ਼ ਲੈਣ ਗਏ ਕਰਿਆਨੇ ਦੀ ਸ਼ਾਪ ਤੇ, ਠੀਕ ਹੈ ਜੀ। ਉਹਨੂੰ ਕਿਹਾ ਤੁਸੀਂ ਵੀ ਕਿਲੋ ਪਿਆਜ਼ ਤੋਲ ਦੇ, ਉਹਨੇ ਤੋਲ ਤੇ ਪਿਆਜ਼, ਤੱਕੜੀ ਸੀ ਦੂਜੀ ਆਪਣੇ ਕੋਲੇ ਜਿਹੜੀ ਆਮ ਹੁੰਦੀ ਹੈ। ਤੁਸੀਂ ਕੀ ਕੀਤਾ, ਅੱਧਾ ਕਿਲੋ ਦਾ ਵੱਟਾ ਪਿਆਜ਼ ਵਾਲੇ ਪਾਸੇ ਰੱਖਤਾ, ਤਾਂ ਕੀ ਸਿਚੁਏਸ਼ਨ ਬੈਲੈਂਸ ਹੈ ਪਹਿਲਾਂ ਵਾਲੀ ਸਿਚੁਏਸ਼ਨ? ਦੋਵੇਂ ਕਿਲੋ ਕਿਲੋ ਹੈ ਜਾਂ ਦੋਵੇਂ ਬਰਾਬਰ ਹੈ? ਨਹੀਂ, ਕਿਉਂਕਿ ਤੁਸੀਂ ਇੱਕ ਪਾਸੇ ਜਿਹੜਾ weight ਰੱਖਤਾ, ਦੂਜੇ ਪਾਸੇ ਨਹੀਂ ਰੱਖਿਆ। ਪਰ ਜੇ ਤੁਸੀਂ ਹਾਫ ਕੇ ਜੀ weight ਦੋਵੇਂ ਪਾਸੇ ਰੱਖ ਦੋ, ਤਾਂ ਫਿਰ ਕੀ ਹੋਊਗਾ ਬੇਟੇ, ਫਿਰ ਵੀ ਪਿਆਜ਼ ਕਿੰਨਾ ਹੀ ਹੈ, 1 ਕਿਲੋ ਹੀ ਹੈ ਨਾ। ਕਿਉਂਕਿ ਹੁਣ ਵੀ ਸਿਚੁਏਸ਼ਨ ਉਹੀ ਹੈ ਜਿਹੜੀ ਪਹਿਲਾਂ ਵਾਲੀ ਸੀ।
ਇਸ ਕਰਕੇ ਜਦੋਂ ਕੋਈ ਇਕੁਏਸ਼ਨ ਬੈਲੈਂਸ ਹੋਵੇ ਜਾਂ ਕੋਈ ਵੀ ਇਕੁਏਸ਼ਨ 'ਚ ਤੁਸੀਂ ਚੇਂਜ ਕਰਨੀ ਹੋਵੇ ਤਾਂ ਤੁਸੀਂ ਇੱਕ ਪਾਸੇ ਨਹੀਂ ਕਰ ਸਕਦੇ, ਦੋਵੇਂ ਪਾਸੇ ਕਰਨੀ ਪਊਗੀ, ਤਾਂ ਹੀ ਉਹ ਪਹਿਲਾਂ ਵਾਲੀ ਸਿਚੁਏਸ਼ਨ ਰਹੇਗੀ। ਦੱਸੋ ਮੇਰਾ ਪੁਆਇੰਟ ਕਲੀਅਰ ਹੋਇਆ ਕਿ ਨਹੀਂ? ਇਸ ਕਰਕੇ ਜਿਹੜੀ ਵੈਲੋਸਿਟੀ ਤੁਸੀਂ ਸੁਪਰ ਇੰਪੋਜ਼ ਕੀਤੀ ਹੈ v ਤੇ, ਉਨੀ ਹੀ ਵੈਲੋਸਿਟੀ ਤੁਹਾਨੂੰ ਕਹਿੰਦੇ ਉੱਪਰ ਸੁਪਰ ਇੰਪੋਜ਼ ਕਰਨੀ ਪਊਗੀ va ਤੇ, ਕਹਿੰਦੇ ਉੱਪਰ ਸੁਪਰ ਇੰਪੋਜ਼ ਕਰਨੀ ਪਊਗੀ va ਤੇ। ਦੱਸੋ ਬੇਟੇ ਇਹ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਬੇਟੇ ਮੈਂ ਇਹਨੂੰ ਇੱਥੇ ਹੀ ਲੈ ਕੇ ਚੱਲਿਆ, ਥੋੜਾ ਜਿਹਾ ਥਾਂ ਘੱਟ ਸੀਗੀ ਤਾਂ ਕਰਕੇ। ਦੱਸੋ ਬੇਟੇ ਆਹ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? v of a ਰਿਸਪੈਕਟ ਟੂ b ਕੈਲਕੂਲੇਟ ਕਰਨੀ ਹੈ ਤਾਂ ਸਾਡਾ ਮੈਥਡ ਕੀ ਹੈ? ਪੁੱਟ ਦੀ ਬਾਡੀ b ਐਟ ਰੈਸਟ। ਤਾਂ ਰੈਸਟ ਕਿਵੇਂ ਕਰੋਗੇ? ਜਿੰਨੀ ਵੀ ਉਹਦੀ ਜਿਹੜੀ ਡਾਇਰੈਕਸ਼ਨ 'ਚ ਵੀ ਉਹਦੀ ਵੈਲੋਸਿਟੀ ਹੈਗੀ ਹੈ, ਉਸ ਤੋਂ ਉਲਟ ਡਾਇਰੈਕਸ਼ਨ ਦੇ ਵਿੱਚ ਸੇਮ ਵੈਲੋਸਿਟੀ ਹੈ ਜਿਹੜੀ ਉਹ ਅਪਲਾਈ ਕਰ ਦਿਓ। ਇਹ ਵੀ vb ਹੈ ਬਟ ਇਨ ਅਪੋਜ਼ਿਟ ਡਾਇਰੈਕਸ਼ਨ ਹੈ, ਤਾਂ ਇਹ ਬਾਡੀ ਕਿੱਥੇ ਆ ਗਈ? ਰੈਸਟ 'ਚ। ਬਟ ਇਕੁਏਸ਼ਨ ਨੂੰ ਬੈਲੈਂਸ ਕਰਨ ਦੇ ਲਈ ਜਿੰਨੀ ਤੁਸੀਂ ਲੈਫਟ ਹੈਂਡ ਸਾਈਡ ਦੇ ਉੱਪਰ ਅਪਲਾਈ ਕੀਤੀ ਹੈ ਆਹ ਵਾਲੀ, ਨਹੀਂ ਕੀ ਕਰੋ a ਬਾਡੀ ਦੇ ਉੱਪਰ ਵੀ ਅਪਲਾਈ ਕਰ ਦਿਓ। ਕਲੀਅਰ ਹੋਇਆ ਕਿ ਨਹੀਂ ਹੋਇਆ? ਤਾਂ ਆਹ ਵੈਲਿਊ ਕਿੰਨੀ ਆ ਗਈ ਬੇਟੇ ਆਪਣੇ ਕੋਲ? 0। ਆਹ ਵੈਲਿਊ ਆਪਣੇ ਕੋਲ ਕਿੰਨੀ ਆ ਗਈ ਬੇਟੇ? v of a minus b। ਯਾਦ ਰੱਖੋ ਜੇਕਰ ਬਾਡੀਜ਼ ਸੇਮ ਡਾਇਰੈਕਸ਼ਨ 'ਚ ਮੂਵ ਕਰ ਰਹੀਆਂ ਤਾਂ ਉਹ ਐਡ ਹੋ ਜਾਣਗੀਆਂ, ਜੇ ਆਪੋਜ਼ਿਟ ਡਾਇਰੈਕਸ਼ਨ 'ਚ ਮੂਵ ਕਰ ਰਹੀਆਂ ਤਾਂ ਉਹ ਸਬਟਰੈਕਟ ਹੋਣਗੀਆਂ। ਕਲੀਅਰ ਹੋਇਆ ਕਿ ਨਹੀਂ ਹੋਇਆ? b ਛੋਟਾ ਸੀਗਾ, a ਜ਼ਿਆਦਾ ਸੀ, ਤਾਂ ਜਦੋਂ ਅਸੀਂ ਇਹਦਾ ਨੈਟ ਰਿਜ਼ਲਟ ਕੱਢਾਂਗੇ ਤਾਂ ਸਾਡੇ ਕੋਲੇ ਆਪਾਂ ਨੂੰ ਕਿਵੇਂ ਨਜ਼ਰ ਆਊਗਾ? v of a minus b। ਹੁਣ ਦੇਖੋ ਆਹ ਚੀਜ਼ ਰੈਸਟ ਤੇ ਹੋ ਗਈ, ਇਹਦੀ ਵੈਲੋਸਿਟੀ ਆ ਹੋਗੀ, ਇਹਦਾ ਮਤਲਬ v of ab ਦੀ ਵੈਲਿਊ ਹੁਣ ਸਾਡੇ ਕੋਲ ਸਿੱਧੀ ਆ ਜਾਊਗੀ। ਕੀ ਆ ਗਈ ਵੈਲਿਊ? va minus b। ਦੱਸੋ ਬੇਟੇ ਆਹ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਬੇਟੇ ਬੁੱਕ ਦੇ ਵਿੱਚ ਨਾ ਥੋੜਾ ਜਿਹਾ ਕਨਫਿਊਜ਼ ਕਰਦਾ, ਉਹ ਮਾਈਨਸ vb ਇੱਥੇ ਕਰਦਾ, ਫਿਰ ਮਾਈਨਸ vb ਇੱਥੇ ਕਰਦਾ, ਉਹਨਾਂ ਨੂੰ ਐਡ ਕਰਦਾ। ਠੀਕ ਹੈ ਜੀ। ਇਹ ਤੁਸੀਂ ਸਿੱਧੀ ਇੱਕ ਚੀਜ਼ ਯਾਦ ਰੱਖੋ, ਇਫ ਦੀ ਆਬਜੈਕਟਸ ਆਰ ਮੂਵਿੰਗ ਇਨ ਦੀ ਆਪੋਜ਼ਿਟ ਡਾਇਰੈਕਸ਼ਨ, ਵੀ ਇੱਕ ਲੈਫਟ ਹੈਂਡ ਸਾਈਡ ਤੇ ਤੇ ਇੱਕ ਰਾਈਟ ਹੈਂਡ ਸਾਈਡ ਤੇ, ਤਾਂ ਦੋਵੇਂ ਕੀ ਹੋਣਗੇ? ਸਬਟਰੈਕਟ ਹੋਣਗੇ। ਇਫ ਆਬਜੈਕਟਸ ਆਰ ਮੂਵਿੰਗ ਇਨ ਦੀ ਸੇਮ ਡਾਇਰੈਕਸ਼ਨ ਤਾਂ ਦੋਵੇਂ ਕੀ ਹੋਣਗੇ? ਐਡ ਹੋਣਗੇ। ਦੱਸੋ ਬੇਟੇ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਲਓ ਆਪਾਂ ਇਹਦੀ ਐਗਜ਼ਾਮਪਲ ਲੈ ਕੇ, ਹਾਂਜੀ ਇਹਦੀ ਐਗਜ਼ਾਮਪਲ ਲੈ ਕੇ ਆਪਾਂ ਇਸੇ ਚੀਜ਼ ਨੂੰ ਆਪਾਂ ਕਲੀਅਰ ਕਰੀਏ। ਪਹਿਲਾਂ ਆਪਾਂ va vb ਮੰਨਿਆ ਸੀਗਾ, ਉਸੇ ਤਰ੍ਹਾਂ ਨਾਲ ਆਪਾਂ ਆਬਜੈਕਟਸ ਆਰ ਮੂਵਿੰਗ ਇਨ ਦੀ ਸੇਮ ਡਾਇਰੈਕਸ਼ਨ। ਠੀਕ ਹੈ, ਆਪਾਂ ਹੁਣ ਵੈਲਿਊ ਲੈ ਲਈਏ। ਮੰਨ ਲਓ ਆਹ ਵੈਲਿਊ ਆਪਣੇ ਕੋਲ ਕੀ ਹੈ? 40 ਮੀਟਰ ਪਰ ਸੈਕਿੰਡ। ਆਹ ਵੈਲਿਊ ਆਪਣੇ ਕੋਲ ਕੀ ਹੈ? ਮੰਨ ਲਓ 10 ਮੀਟਰ ਪਰ ਸੈਕਿੰਡ। ਆ a ਹੈ, ਆ b ਹੈ। ਤੁਸੀਂ ਕੀ ਕੈਲਕੂਲੇਟ ਕਰਨਾ ਹੈ? a ਵਿਦ ਰਿਸਪੈਕਟ ਟੂ b। ਤਾਂ ਮੈਥਡ ਕੀ ਕਹਿੰਦਾ ਬੇਟੇ? ਕਿਹਨੂੰ ਰੈਸਟ ਤੇ ਲੈ ਕੇ ਆਉਂਗੇ? ਕੀ ਕਰਾਂਗੇ? ਕਿਹੜੀ ਡਾਇਰੈਕਸ਼ਨ? ਕਿਹੜੀ ਡਾਇਰੈਕਸ਼ਨ 'ਚ? ਆਪੋਜ਼ਿਟ ਡਾਇਰੈਕਸ਼ਨ। ਸ਼ਾਬਾਸ਼ ਬੇਟੇ। ਇਹਦਾ ਮਤਲਬ ਇੱਥੇ ਅਸੀਂ ਕੀ ਕੀਤਾ? ਯਾਦ ਰੱਖਣਾ ਆਪੋਜ਼ਿਟ ਡਾਇਰੈਕਸ਼ਨ 'ਚ 10 ਮੀਟਰ ਪਰ ਸੈਕਿੰਡ ਕਰਤੀ। ਇਕੁਏਸ਼ਨ ਬੈਲੈਂਸ ਕਰਨ ਲਈ ਕੀ ਕਰਾਂਗੇ ਬੇਟੇ? ਸੇਮ ਆਪਾਂ a ਤੇ ਵੀ ਸੁਪਰ ਇੰਪੋਜ਼ ਕਰਾਂਗੇ ਨਾ। ਇੱਧਰ ਕੀ ਹੈ? 10 ਮੀਟਰ ਪਰ ਸੈਕਿੰਡ। ਇੱਥੇ ਨੈਟ ਵੈਲੋਸਿਟੀ ਕਿੰਨੀ ਹੈ ਬੇਟੇ? 0। ਇੱਥੇ ਕਿੰਨੀ ਹੋ ਗਈ? 40 ਮਾਈਨਸ 10 ਇਫ ਦੀ ਆਬਜੈਕਟਸ ਆਰ ਮੂਵਿੰਗ ਇਨ ਦੀ ਆਪੋਜ਼ਿਟ ਡਾਇਰੈਕਸ਼ਨ, ਜਿਹੜਾ ਵੱਡਾ ਹੋਊਗਾ ਦੋਵਾਂ। ਹਾਂਜੀ, ਹੁਣ ਤੋਂ ਦੋਵਾਂ ਦੀ ਰਿਲੇਟਿਵ ਵੈਲੋਸਿਟੀ ਕਿੰਨੀ ਹੈ? a ਵਿਦ ਰਿਸਪੈਕਟ ਟੂ b ਕਿੰਨੀ ਆ ਗਈ? 30। ਕਿਉਂਕਿ ਦੂਸਰੀ ਵੈਲਿਊ ਤਾਂ 0 ਹੀ ਹੈ, ਤਾਂ ਜਿੰਨੀ ਆ ਵੈਲਿਊ ਜਾ ਰਹੀ ਉਹ ਨਜ਼ਰ ਆਊਗੀ। ਦੱਸੋ ਬੇਟੇ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਇਹਨੂੰ ਸੁਪਰ ਇੰਪੋਜ਼ ਕਰਨ ਨਾਲੋਂ ਵਾਰੀ ਅਸੀਂ ਫਾਰਮੂਲਾ ਹੀ ਬਣਾ ਲਿਆ, v ਆਫ a ਵਿਦ ਰਿਸਪੈਕਟ ਟੂ b ਕਰਨੀ ਹੈ ਤਾਂ ਕਹਿੰਦੇ ਬਰਾਬਰ ਹੁੰਦਾ va ਮਾਈਨਸ vb। ਜਦੋਂ ਆਬਜੈਕਟ ਹੀ ਜਾ ਰਹੇ ਆ ਸੇਮ ਡਾਇਰੈਕਸ਼ਨ। ਠੀਕ ਹੈ ਜੀ। a ਦੀ ਵੈਲਿਊ ਵੇਖੋ ਕਿੰਨੀ ਹੈ? 40 ਮੀਟਰ ਪਰ ਸੈਕਿੰਡ। b ਦੀ ਵੈਲਿਊ ਕਿੰਨੀ ਹੈ? 10 ਮੀਟਰ ਪਰ ਸੈਕਿੰਡ। ਤਾਂ v ਆਫ a b ਕਿੰਨਾ ਆ ਗਿਆ?
30 मीटर पर सेकंड। दसो बेटे पॉइंट क्लियर होया कि नहीं है? आप फॉर्मूला याद रखना। सारे क्लियर है बेटे? लो नेक्स्ट मैथड देखते हैं। व्हेन द ऑब्जेक्ट्स आर मूविंग इन अपोजिट डायरेक्शन। सेकंड की है व्हेन ऑब्जेक्ट्स आर मूविंग इन अपोजिट डायरेक्शन। इन अपोजिट डायरेक्शन, ठीक है जी, अलोंग अ स्ट्रेट लाइन, क्योंकि मोशन की है स्ट्रेट लाइन है। स्ट्रेट लाइन ਦੇ ਵਿੱਚ ਆਪਣੇ ਕੋਲ ਦੋ ਹੀ ਸਿਚੁਏਸ਼ਨ ਹੋ ਸਕਦੀਆਂ, ਜਾਂ ਡਾਇਰੈਕਸ਼ਨ ਚ ਮੂਵ ਕਰ ਸਕਦੇ ਜਾਂ ਅਪੋਜ਼ਿਟ ਡਾਇਰੈਕਸ਼ਨ ਚ ਮੂਵ ਕਰ ਸਕਦੇ। ਤਾਂ ਆਪਾਂ ਪਹਿਲਾਂ ਵਾਲੀ ਸਿਚੁਏਸ਼ਨ ਹੀ ਲਈ, ਲੈਟ ਅਸ ਟੇਕ ਟੂ ਆਬਜੈਕਟਸ, ਇੱਕ ਵੀ ਏ ਕਹਤਾ, ਇੱਕ ਆਪਾਂ ਕਹਤਾ ਵੀ ਬੀ। ਠੀਕ ਹੈ ਜੀ, ਇਹ ਡਾਇਰੈਕਸ਼ਨ ਹੈ ਆਪਣੇ ਕੋਲ, ਮੰਨ ਲਓ ਵੀ ਏ ਦੀ, ਆ ਡਾਇਰੈਕਸ਼ਨ ਹੈ ਆਪਣੇ ਕੋਲ ਵੀ ਬੀ। पॉइंट क्लियर होया कि नहीं है? बोथ आर मूविंग इन दी अपोजिट डायरेक्शन, बोथ मूविंग इन दी अपोजिट डायरेक्शन बट अलोंग अ स्ट्रेट लाइन। देखो मोशन ਉਹਨਾਂ ਦਾ ਇਸੇ ਤਰ੍ਹਾਂ ਨਾਲ ਹੀ ਹੈ, ਐ ਨਹੀਂ ਹੈਗਾ ਵੀ ਇੱਕ ਇੱਧਰ ਜਾਈ ਜਾਂਦਾ ਤੇ ਇੱਕ ਇੱਧਰ ਜਾਈ ਜਾਂਦਾ, ਉਹ ਤਾਂ ਪਲੇਨ ਚ ਹੋ ਜੂ, ਰਹਿਣਾ ਇਸੇ ਤਰ੍ਹਾਂ ਨਾਲ ਹੀ ਹੈ, ਇਸੇ ਤਰ੍ਹਾਂ ਨਾਲ ਪੈਰਲਲ। ਕਲੀਅਰ ਹੋਇਆ ਕਿ ਨਹੀਂ ਹੋਇਆ? ਆ ਦੋ ਸਿਚੁਏਸ਼ਨ ਰਹਿਣਗੀਆਂ ਸਟ੍ਰੇਟ ਲਾਈਨ ਦੇ ਵਿੱਚ। ਕਲੀਅਰ ਬੇਟੇ? ਹੁਣ ਦੇਖੋ ਕੀ ਕਰਨਾ ਬੇਟੇ, ਮੈਥਡ ਪਹਿਲਾਂ ਵਾਲਾ ਹੀ ਹੈ। ਦੱਸੋ v of a ਕੈਲਕੂਲੇਟ ਕਰ, v of a b v of, ਹਾਂਜੀ ਮੈਥਡ ਕੀ ਕਹਿੰਦਾ, v of a b ਕੈਲਕੂਲੇਟ ਕਰਨਾ ਤਾਂ ਪੁੱਟ ਦੀ b ਐਟ ਰੈਸਟ। ਕਿਵੇਂ ਰੈਸਟ ਤੇ ਆਊਗਾ ਬੇਟੇ b? ਜਿੰਨੀ ਵੈਲੋਸਿਟੀ ਹੁੰਦੀ ਹੈਗੀ ਹੈ ਉਨੀ ਅਪੋਜ਼ਿਟ ਡਾਇਰੈਕਸ਼ਨ, ਜਿੰਦੇ ਉੱਪਰ ਕੀ ਕਰੋ ਬੇਟੇ, ਕਲੀਅਰ ਹੋਇਆ ਕਿ ਨਹੀਂ ਹੈ ਬੇਟੇ? ਮੰਨ ਲਓ ਉਹਦੀ ਪਹਿਲਾਂ ਵੈਲੋਸਿਟੀ ਇਧਰਲੀ ਸਾਈਡ ਤੇ vb ਸੀ, ਹੁਣ ਆਪਾਂ ਇਧਰਲੀ ਸਾਈਡ ਤੇ vb ਸੁਪਰ ਇੰਪੋਜ਼ ਕਰਤੀ, ਬਟ ਇਕੁਏਸ਼ਨ ਨੂੰ ਬੈਲੈਂਸ ਕਰਨ ਦੇ ਲਈ ਕੀ ਕਰੋਗੇ, ਸੇਮ ਆਪਾਂ a ਦੇ ਉੱਪਰ ਵੀ ਸੁਪਰ ਇੰਪੋਜ਼ ਕਰਾਂਗੇ, ਜਿੰਨੀ ਆ ਵੈਲਿਊ ਆਪਾਂ ਕੀਤੀ ਉਨੀ ਇਹਦੇ ਉੱਪਰ ਵੀ ਆਪਾਂ ਕੀ ਕਰਾਂਗੇ ਬੇਟੇ, ਸੁਪਰ ਇੰਪੋਜ਼, ਕਿਉਂਕਿ ਇਕੁਏਸ਼ਨ ਬੈਲੈਂਸ ਨਹੀਂ ਹੈ। ਦੱਸੋ ਬੇਟੇ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਇਹ v of a ਹੈ, ਆ v of, ਇੱਥੇ ਵੈਲਿਊ ਕਿੰਨੀ ਹੋ ਗਈ ਬੇਟੇ, 0, ਕਿਉਂਕਿ ਇੱਥੇ vb ਮਾਈਨਸ vb ਹੋ ਜਾਊਗਾ, ਕਿਉਂ? ਕਿਉਂਕਿ ਬੋਥ ਆਰ ਮੂਵਿੰਗ ਇਨ ਦੀ ਅਪੋਜ਼ਿਟ ਡਾਇਰੈਕਸ਼ਨ। ਇੱਥੇ ਵੈਲਿਊ ਕੀ ਆਈ ਬੇਟੇ, v of a plus v of b। ਆਪ ਦੱਸੋ ਬੇਟੇ ਕਲੀਅਰ ਹੋਇਆ ਕਿ ਨਹੀਂ ਹੋਇਆ? ਬੋਥ ਆਰ ਮੂਵਿੰਗ ਇਨ ਦੀ ਸੇਮ ਡਾਇਰੈਕਸ਼ਨ। ਹੁਣ ਦੱਸੋ v of a b ਕਿੰਨਾ ਆ ਗਿਆ, ਕਿਉਂਕਿ ਜਦੋਂ 0 ਹੋ ਜਾਂਦਾ ਤਾਂ ਉੱਪਰ ਵਾਲੀ ਵੈਲਿਊ ਹੀ ਆ ਜਾਂਦੀ। v of a b ਕਿੰਨਾ ਆ ਗਿਆ ਬੇਟੇ, v of a plus v of b। ਦੱਸੋ ਬੇਟੇ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੈ? ਮੰਨ ਲਓ ਆਪਾਂ ਕਾਰ 'ਚ ਜਾਂਦੇ ਹਾਂ ਜਾਂ ਆਪਾਂ ਟ੍ਰੇਨ 'ਚ ਜਾਂਦੇ ਹਾਂ, ਠੀਕ ਹੈ ਜੀ, ਆਪਾਂ ਨੂੰ, ਤੁਸੀਂ ਇਹ ਸਿਚੁਏਸ਼ਨ ਆਮ ਤੌਰ ਤੇ ਆਬਜ਼ਰਵ ਕੀਤੀ ਹੋਣੀ ਹੈ ਵੀ ਮੰਨ ਲਓ ਆਪਾਂ ਇਸ ਨਾਲ ਮੂਵ ਕਰ ਰਹੇ ਹਾਂ, ਮੰਨ ਲਓ ਆਪਾਂ ਜਾ ਰਹੇ ਹਾਂ ਕਾਰ ਦੇ ਵਿੱਚ 80 ਮੀਟਰ ਪਰ ਸੈਕਿੰਡ, ਆਪਾਂ ਜਨਰਲੀ ਜਾਂਦੇ ਕਿਲੋਮੀਟਰ ਪਰ ਆਰ, ਚਲੋ ਮੈਂ ਕਹਿੰਦਾ ਕਿਲੋਮੀਟਰ ਪਰ ਆਰ, ਕਾਰ ਦੀ ਸਪੀਡ ਤੇ ਆ ਰਹੀ ਹੈ, ਇੱਕ ਕਾਰ ਨੇ ਸਾਨੂੰ ਆਪੋਜ਼ਿਟ ਡਾਇਰੈਕਸ਼ਨ 'ਚ 60 ਕਿਲੋਮੀਟਰ ਪਰ ਸੈਕਿੰਡ ਪਰ ਆਰ ਦੀ, ਤੇ ਤੁਹਾਨੂੰ ਉਹਦੀ ਸਪੀਡ 60 ਨਜ਼ਰ ਆਉਂਦੀ, ਜ਼ਿਆਦਾ ਨਜ਼ਰ ਆਉਂਦੀ ਹੈ? ਆਪਾਂ ਨੂੰ ਤਾਂ ਕੀ ਨਜ਼ਰ ਆਉਂਦਾ, ਕੱਲੀ ਛੂੰ ਦੀ ਆਵਾਜ਼ ਹੀ ਆਉਂਦੀ ਹੈ, ਛੂੰ ਟੱਪ ਗਈ, ਐਂ ਨਜ਼ਰ ਆਉਂਦੀ ਨਾ ਬੇਟੇ। ਜਾਂ ਆਪਾਂ ਦੋ ਟ੍ਰੇਨ ਤੇ ਬੈਠੇ ਹਾਂ, ਜਦੋਂ ਦੋਵੇਂ ਟ੍ਰੇਨ ਸੇਮ ਡਾਇਰੈਕਸ਼ਨ 'ਚ ਜਾਈ ਜਾਂਦੇ ਤਾਂ ਨਾਲ ਹੀ ਟ੍ਰੇਨ ਸਾਨੂੰ ਨਾਲ ਨਾਲ ਜਾਂਦੀ ਦਿਸਦੀ ਹੈ,
ਪਰ ਜਦੋਂ ਉਹੀ ਟ੍ਰੇਨ ਆਪੋਜ਼ਿਟ ਡਾਇਰੈਕਸ਼ਨ ਚ ਆਉਂਦੀ ਹੈ ਤਾਂ ਸਾਡੇ ਤੋਂ ਦੇਖਿਆ ਨਹੀਂ ਜਾਂਦਾ, ਬਹੁਤ ਜ਼ਿਆਦਾ ਫਾਸਟ ਲੱਗਦੀ। ਦੱਸੋ ਬੇਟੇ, ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਠੀਕ ਹੈ, ਇਹਦਾ ਮਤਲਬ ਸਾਡੇ ਕੋਲ ਜਿਹੜਾ ਆਹ ਵਾਲਾ ਕੇਸ ਹੈ, ਇੱਥੇ v ਆਫ ਏ ਬੀ ਆਪਣੇ ਕੋਲ ਕਿੰਨਾ ਹੋਊਗਾ, v ਆਫ ਏ ਪਲੱਸ v ਆਫ ਬੀ। ਰਿਲੇਟਿਵ ਵੈਲੋਸਿਟੀ ਕਿੰਨੀ ਹੋ ਜੂਗੀ, 140 ਕਿਲੋਮੀਟਰ ਪਰ ਆਵਰ। ਦੈਟ ਇਜ਼ ਵਾਈ ਉਹ ਫੀਲ ਹੁੰਦਾ ਬਹੁਤ ਜ਼ਿਆਦਾ ਫਾਸਟ ਹੈ। ਤਾਂ ਆਪਾਂ ਦੋ ਸਿਚੁਏਸ਼ਨਸ ਕੀਤੀਆਂ ਅੱਜ, ਜਦੋਂ ਆਪਣੇ ਕੋਲੇ ਕੀ ਮੂਵਿੰਗ ਇਨ ਸੇਮ ਡਾਇਰੈਕਸ਼ਨ, ਸਟ੍ਰੇਟ ਲਾਈਨ ਮੋਸ਼ਨ ਹੀ ਹੈ, ਤਾਂ ਇਕੁਏਸ਼ਨ ਕੀ ਆਈ, v ਆਫ ਏ ਬੀ ਕਿੰਦੇ ਬਰਾਬਰ ਆਇਆ, v ਆਫ ਏ ਮਾਈਨਸ v ਆਫ ਬੀ। ਤੇ ਜਦੋਂ ਆਪੋਜ਼ਿਟ ਡਾਇਰੈਕਸ਼ਨ ਚ ਮੂਵ ਕਰ ਰਹੇ ਹਾਂ ਤਾਂ ਇਕੁਏਸ਼ਨ ਕੀ ਆਈ, v ਆਫ ਏ ਬੀ ਕੀ ਆਈ, v ਆਫ ਏ ਪਲੱਸ v ਆਫ ਬੀ। ਦੱਸੋ ਬੇਟੇ, ਆ ਪੁਆਇੰਟ ਕਲੀਅਰ ਹੋਏ ਕਿ ਨਹੀਂ ਹੈ? ਬਟ ਇੱਕ ਗੱਲ ਹੋਰ ਯਾਦ ਰੱਖੋ, ਜਦੋਂ ਅਸੀਂ ਕਹਿ ਰਹੇ ਨਾ v ਆਫ ਏ, ਤਾਂ ਏ ਦੀ ਵੈਲੋਸਿਟੀ ਹਮੇਸ਼ਾ ਵਿਦ ਰਿਸਪੈਕਟ ਟੂ ਗਰਾਊਂਡ ਹੁੰਦੀ ਹੈ। ਜੇ ਆਪਾਂ ਕਹੀਏ ਵੀ ਕੋਈ ਬੋਡੀ ਏ ਹੈ, ਉਹ 20 ਮੀਟਰ ਪਰ ਸੈਕਿੰਡ ਦੀ ਸਪੀਡ ਤੇ ਮੂਵ ਕਰ ਰਹੀ ਹੈ, ਤਾਂ ਕਿੰਦੇ ਮੁਕਾਬਲੇ ਮੂਵ ਕਰ ਰਹੀ ਹੈ, ਤਾਂ ਇੱਥੇ ਦੇ ਨਾਲ ਕੀ ਹੁੰਦਾ, ਗਰਾਊਂਡ। ਆਪਾਂ ਲਿਖਦੇ ਨਹੀਂ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਠੀਕ ਹੈ ਬੇਟੇ। ਦੱਸੋ ਬੇਟੇ, ਕੋਈ ਡਾਊਟ ਹੈ ਤਾਂ? ਜਿਹੜਾ ਅੱਜ ਆਪਾਂ ਕਨਸੈਪਟ ਕੀਤਾ ਰਿਲੇਟਿਵ ਵੈਲੋਸਿਟੀ ਵਾਲਾ, ਉਹਦੇ ਚ ਕੋਈ ਡਾਊਟ ਹੈ ਦੇਖ ਲਓ, ਤਾਂ ਨਹੀਂ ਤਾਂ ਫਿਰ ਆਪਾਂ ਕਲੋਜ਼ ਕਰੀਏ ਕਲਾਸ। ਇਸ ਚੀਜ਼ ਤੇ ਡਿਪੈਂਡ ਕਰਦਾ ਬੇਟੇ, v ਆਫ ਏ ਬੀ ਕਿ v ਆਫ ਬੀ ਏ ਹੈ। ਉਹ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਵੀ ਕਿੰਦੇ ਵਿਦ ਰਿਸਪੈਕਟ ਟੂ, ਤੁਸੀਂ ਬਸ ਆਪਾਂ ਸਿੱਧਾ ਦੇਸੀ ਤਰੀਕਾ ਯਾਦ ਰੱਖਣਾ ਵੀ ਜਿੰਦੇ ਕੰਪੈਰੀਟਿਵਲੀ ਕੱਢਣਾ ਉਹਨੂੰ ਰੈਸਟ ਕਰ ਦਿਓ। ਠੀਕ ਹੈ, ਤੇ ਉਹਦੀ ਡਾਇਰੈਕਸ਼ਨ ਹੈ ਜਿਹੜੀ ਵੀ ਡਾਇਰੈਕਸ਼ਨ ਆਪਣੇ ਕੋਲ ਤੁਸੀਂ ਪੋਜ਼ਿਟਿਵ ਮੰਨਣੀ, ਉਹਨੂੰ ਪੋਜ਼ਿਟਿਵ ਮੰਨ ਲਓ, ਦੂਸਰੇ ਨੂੰ ਨੈਗੇਟਿਵ ਮੰਨ ਲਓ। ਰਾਈਟ ਹੈਂਡ ਸਾਈਡ ਜਨਰਲੀ ਆਪਾਂ ਪੋਜ਼ਿਟਿਵ ਲੈ ਕੇ ਚੱਲਦੇ ਰੀਜਨ ਦੇ, ਲੈਫਟ ਹੈਂਡ ਸਾਈਡ ਨੈਗੇਟਿਵ ਲੈ ਕੇ ਚੱਲਦੇ, ਉਹਦੇ ਅਕੋਰਡਿੰਗ ਜਿਹੜਾ ਸਾਡੇ ਕੋਲ ਆ ਜੂਗਾ। ਜਿਵੇਂ ਆ ਦੇਖੋ, ਮੈਂ ਦੁਬਾਰਾ ਤੁਹਾਨੂੰ ਇਹ ਪੁਆਇੰਟ ਕਲੀਅਰ ਕਰਾਂ। ਮੰਨ ਲਓ ਕੋਈ ਬੋਡੀ ਏ ਹੈ, ਉਹ ਮੰਨ ਲਓ ਜਾ ਰਹੀ ਹੈ 50 ਮੀਟਰ ਪਰ ਸੈਕਿੰਡ ਦੀ ਸਪੀਡ ਤੇ। ਕੋਈ ਬੋਡੀ ਬੀ ਹੈ, ਉਹ ਜਾ ਰਹੀ ਹੈ 20 ਮੀਟਰ ਪਰ ਸੈਕਿੰਡ ਤੇ। ਠੀਕ ਹੈ, ਜੇਕਰ ਸੇਮ ਡਾਇਰੈਕਸ਼ਨ ਚ ਮੂਵ ਕਰ ਰਹੀ ਹੈ ਤਾਂ ਫਾਰਮੂਲਾ v ਆਫ ਏ ਬੀ ਲਿਖਾਂਗੇ ਤਾਂ ਕੀ ਹੋਊਗਾ, v ਆਫ ਏ ਮਾਈਨਸ v ਆਫ ਬੀ। ਕੀ ਆਊਗਾ ਬੇਟੇ ਫਿਰ? 50 ਮਾਈਨਸ 20 ਕਿੰਨਾ ਆ ਗਿਆ? ਇਹਦਾ ਮਤਲਬ ਕੀ ਹੈ, v ਆਫ ਏ ਬੀ ਇਜ਼ ਇਕੁਅਲ ਟੂ 30 ਮੀਟਰ ਪਰ ਸੈਕਿੰਡ। ਮਤਲਬ ਕੀ ਹੈ ਇਹਦਾ? ਪੋਜ਼ਿਟਿਵ ਏ ਹੈ ਨਾ ਜਿਹੜਾ, ਉਹ ਬੀ ਦੇ ਮੁਕਾਬਲੇ ਪਲੱਸ 30 ਹੈ। ਇਹਦਾ ਮਤਲਬ ਉਹ ਹੌਲੀ ਹੌਲੀ ਜਿਹੜਾ ਹਰੇਕ ਸੈਕਿੰਡ ਦੇ ਵਿੱਚ 30 ਮੀਟਰ ਦਾ ਜਿਹੜਾ 30 ਮੀਟਰ ਪਰ ਸੈਕਿੰਡ, ਇਹਦਾ ਮਤਲਬ ਹਰੇਕ ਸੈਕਿੰਡ ਦੇ ਵਿੱਚ ਕਿੰਨਾ ਡਿਸਟੈਂਸ ਵੱਧਦਾ ਜਾ ਰਿਹਾ ਹੈ, 30। ਕੋਈ ਕਾਰ, ਆਪਾਂ ਕਾਰ 'ਚ ਬੈਠੇ ਆ, ਪਿੱਛੋਂ ਕੋਈ ਕਾਰ ਤੇਜ਼ ਆਈ, ਤਾਂ ਜਿਵੇਂ ਜਿਵੇਂ ਟਾਈਮ ਵੱਧਦਾ ਜਾਂਦਾ ਤਾਂ ਉਹ ਕਾਰ ਹੌਲੀ ਸਾਡੇ ਤੋਂ ਕੀ ਹੁੰਦੀ ਜਾਂਦੀ, ਦੂਰ ਨਹੀਂ ਹੁੰਦੀ ਜਾਂਦੀ। ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੈ ਬੇਟੇ? ਇਸੇ ਨੂੰ ਅਸੀਂ ਕਰ ਦਈਏ v ਆਫ ਬੀ ਏ, ਤਾਂ ਇਕੁਏਸ਼ਨ ਕੀ ਬਣ ਜੂਗੀ, vb ਮਾਈਨਸ va। ਹੁਣ ਵਿਦ ਰਿਸਪੈਕਟ ਟੂ a ਕੈਲਕੂਲੇਟ ਕਰ, vb ਦੀ ਵੈਲਿਊ ਕਿੰਨੀ ਹੈ 20, va ਦੀ ਵੈਲਿਊ ਕਿੰਨੀ 50, ਤਾਂ ਵੈਲਿਊ ਕਿੰਨੀ ਆਈ, ਮਾਈਨਸ 30 ਮੀਟਰ ਪਰ ਸੈਕਿੰਡ। ਆਹ ਪੁਆਇੰਟ ਸਮਝੋ ਜਿੱਥੇ ਕਨਫਿਊਜ਼ਨ ਹੁੰਦੀ ਬੱਚਿਆਂ ਨੂੰ। ਇਹਦਾ ਮਤਲਬ b ਹੈ ਨਾ ਜਿਹੜੀ, ਉਹ a ਦੇ ਮੁਕਾਬਲੇ 30 ਮੀਟਰ ਪਰ ਸੈਕਿੰਡ ਹੌਲੀ ਹੈ। ਠੀਕ ਹੈ ਜੀ, ਇਹਦਾ ਮਤਲਬ ਜੇਕਰ ਆਬਜੈਕਟ ਆਪਣੇ ਕੋਲ ਕੀ ਇਹ ਅੱਗੇ ਜਾ ਰਹੀ ਹੈ, ਮੰਨ ਲਓ v, ਉਹ ਗੱਡੀ ਆ ਰਹੀ ਹੈ ਪਿੱਛੋਂ, ਤਾਂ ਇਹਦਾ ਮਤਲਬ -30 ਕਰਕੇ ਹੌਲੀ ਹੌਲੀ ਉਹਨੂੰ ਕੀ ਕਰ ਰਹੀ ਹੈ, ਅਪਰੋਚ ਕਰ ਰਹੀ ਹੈ। ਸਿਚੁਏਸ਼ਨ ਇੱਕੋ ਹੀ ਹੈ, ਬਟ ਜਦੋਂ ਅਸੀਂ b ਦੀ ਵੈਲਿਊ ਕੱਢੀ a ਦੇ ਕੰਪੈਰੀਟਿਵਲੀ, ਉਦੋਂ ਮਾਈਨਸ ਆਊਗੀ, ਜਦੋਂ a ਦੀ ਵੈਲਿਊ ਕੱਢੀ ਤਾਂ ਉਹ ਪਲੱਸ ਆਊਗੀ। ਇਹ ਤੁਹਾਨੂੰ ਸਿਲੈਕਟ ਕਰਨਾ ਪਿਆ ਕਰੂਗਾ। ਠੀਕ ਹੈ, ਠੀਕ ਹੈ ਬੇਟੇ। ਤੁਸੀਂ ਇੱਕ ਦੋ ਨਾ ਇਹਦੇ ਨੂਮੈਰੀਕਲ ਹੈਗੇ ਰਿਲੇਟਿਵ ਵੈਲੋਸਿਟੀ, ਤੇ ਮੈਂ ਤੁਹਾਨੂੰ ਉਹਦੀ ਪਿਕ ਕਰਕੇ ਉਹਦੇ ਵਿੱਚ ਸੈਂਡ ਕਰੂੰਗਾ, ਤੁਸੀਂ ਉਹਨੂੰ ਟਰਾਈ ਕਰਿਓ। ਠੀਕ ਹੈ, ਨਹੀਂ ਤਾਂ ਅੱਜ ਲੈਕਚਰ ਬਹੁਤ ਜ਼ਿਆਦਾ ਲੈਂਥੀ ਹੋ ਜਾਊਗਾ, ਬੱਚੇ ਨੇ ਅੱਗੇ ਕਲਾਸਾਂ ਲਾਉਣੀਆਂ ਹੁੰਦੀਆਂ। ਠੀਕ ਹੈ, ਤੇ ਕੱਲ ਨੂੰ ਆਪਾਂ ਦੁਬਾਰਾ ਫਿਰ ਇਹਨੂੰ ਰਿਵਾਈਜ਼ ਕਰਕੇ, ਇੱਕ ਟੌਪਿਕ ਆਪਣਾ ਰਹਿ ਗਿਆ ਉਹ ਕੱਲ
ਤੱਕ ਆਪਾਂ ਉਹਨੂੰ ਕੰਪਲੀਟ ਕਰਕੇ ਜਿਹੜਾ ਆਪਣਾ ਫਸਟ ਪਾਰਟ ਆ ਜਿਹੜਾ ਮੋਸ਼ਨ ਇਨ ਸਟ੍ਰੇਟ ਲਾਈਨ ਆ ਉਹ ਆਪਣਾ ਚੈਪਟਰ ਕੰਪਲੀਟ ਹੋ ਜੂ। ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਆਪਣਾ ਮੋਸ਼ਨ ਇਨ ਪਲੇਨ ਹੈ, ਉਹਦੇ ਚ ਇੱਕ ਆਰਟੀਕਲ ਹੀ ਹੈ ਜਿਹੜਾ ਮੇਨ ਆਪਾਂ ਇੱਕ ਵੈਕਟਰ ਕਰਨੇ ਹੈ ਤੇ ਇੱਕ ਕਰਨਾ ਹੈ ਪ੍ਰੋਜੈਕਟਾਈਲ ਮੋਸ਼ਨ। ਜਨਰਲੀ ਆਪਾਂ ਪਹਿਲਾਂ ਕਰਾਂਗੇ ਪ੍ਰੋਜੈਕਟਾਈਲ ਮੋਸ਼ਨ। ਤੁਸੀਂ ਪ੍ਰੋਜੈਕਟਾਈਲ ਮੋਸ਼ਨ ਤੇ ਵੈਕਟਰ ਬਸ ਦੋ ਉਹਦੇ ਹੈਗੇ। ਵੈਕਟਰ ਥੋੜਾ ਜਿਹਾ ਲੈਂਥੀ ਹੈ ਚੈਪਟਰ, ਪ੍ਰੋਜੈਕਟਾਈਲ ਤੇ ਵੈਕਟਰ ਕਰਕੇ ਜਿਹੜਾ ਇਸ ਮਹੀਨੇ ਤੱਕ ਦਾ ਸਿਲੇਬਸ ਹੈ ਜਿਹੜਾ ਆਪਣਾ ਖਤਮ ਹੋ ਚੁੱਕਾ। 2 ਯੂਨਿਟ ਹੈ ਜਿਹੜੇ ਆਪਣੇ ਕੰਪਲੀਟ ਹੋ। ਚਲੋ ਠੀਕ ਹੈ ਬੇਟੇ, ਅੱਜ ਦਾ ਕਨਸੈਪਟ ਹੈ ਜਿਹੜਾ ਕੀਤਾ ਰਿਲੇਟਿਵ ਵੈਲੋਸਿਟੀ ਦਾ, ਉਹਨੂੰ ਰਿਵਾਈਜ਼ ਕਰ ਲਿਓ, ਉਹਦੇ ਨੋਟਸ ਬਣਾ ਲਿਓ, ਜਿਵੇਂ ਜਿਵੇਂ ਮੈਂ ਦੱਸਿਆ ਉਵੇਂ ਬਣਾ ਲਿਓ। ਆਪਦੇ ਮਾਈਂਡ ਦੇ ਹਿਸਾਬ ਨਾਲ ਉਹਨੂੰ ਕਰਕੇ ਦੇਖਿਓ ਵੀ ਸੈੱਟ ਆਉਂਦਾ ਕਿ ਨਹੀਂ ਆਉਂਦਾ, ਕੀ ਮੈਥਡ ਹੈ, ਕਿਵੇਂ ਬੁੱਕ ਦੇ ਹਿਸਾਬ ਨਾਲ। ਬੁੱਕ ਕੀ ਕਰਦੀ ਹੈ, ਨੈਗੇਟਿਵ ਨੈਗੇਟਿਵ ਸੁਪਰ ਇੰਪੋਜ਼ ਕਰਕੇ ਕਨਫਿਊਜ਼ ਕਰ ਦਿੰਦੀ ਹੈ। ਜਿਵੇਂ ਮੈਂ ਕਰਵਾਇਆ ਉਵੇਂ ਕਰਿਓ। ਠੀਕ ਹੈ, ਠੀਕ ਹੈ ਬੇਟੇ, ਫਿਰ ਓਕੇ ਬਾਏ।